बिस्मिल्लाहिर्रहमानिर्रहीम अस्सलामु अलैकुम वरहमतुल्लाहि वबरकातुहू। की हाल चाल है जी? ठीक ठाक हो? उम्मीद अल्लाह ताला दे हुक्म दे नाल इंशाअल्लाह तुसीं सारे ठीक ठाक होवोगे। अल्लाह ताला सब ते रहमत फरमाए, अल्लाह ताला सब नूं अपने हिफ्ज़ो ईमान दे विच रखे। अज दे व्लॉग दे विच मैं तुहानूं दस्सांगा कि एक लड़का अपनी मां दी कबर दे उत्ते दुआ मंगण वास्ते जांदा, फातिहा कहण वास्ते जांदा। ਉਹ ਵੇਖਦਾ ਕਿ ਉਹਦੀ ਮਾਂ ਦੀ ਕਬਰ ਦੇ ਕੋਲ ਇੱਕ ਤਾਜ਼ਾ ਲਾਸ਼ ਜਿਹਨੂੰ ਹੁਣੇ ਕਿਸੇ ਨੇ ਮਾਰਿਆ ਹੁੰਦਾ, ਖੂਨ ਦੇ ਛਿੱਟੇ ਕੱਪੜਿਆਂ ਦੇ ਉੱਤੇ ਪਏ ਹੁੰਦੇ ਆ ਤੇ ਉਹ ਲਾਸ਼ ਪਈ ਹੁੰਦੀ ਆ। ਉਹ ਦੇਖ ਕੇ ਘਬਰਾ ਜਾਂਦਾ। ਉਹ ਫੌਰੀ ਫਿਰ ਪੁਲਿਸ ਨੂੰ ਕਾਲ ਕਰਦਾ। ਪੁਲਿਸ ਨੂੰ ਕਾਲ ਕਰਕੇ ਕਹਿੰਦਾ ਕਿ ਇਸ ਕਬਰ ਦੇ ਕੋਲ ਇੱਕ ਲਾਸ਼ ਪਈ ਆ, ਤਾਜ਼ਾ ਉਹਨੂੰ ਮਾਰਿਆ ਗਿਆ, ਉਹਦੇ ਖੂਨ ਦੇ ਛਿੱਟੇ ਵੀ ਸਾਰੇ ਕੱਪੜਿਆਂ ਦੇ ਉੱਤੇ ਪਏ ਹੋਏ ਨੇ। ਪੁਲਿਸ ਫੌਰੀ ਉਸ ਕਬਰਸਤਾਨ ਦੇ ਵਿੱਚ ਪਹੁੰਚਦੀ ਆ ਔਰ ਉਸ ਲਾਸ਼ ਨੂੰ ਵੇਖਦੀ ਆ ਤੇ ਫਿਰ ਪੁਲਿਸ ਜਿਹੜੀ ਆ ਉਸ ਕਾਤਲ ਨੂੰ ਪਕੜ ਲੈਂਦੀ ਆ। ਫਿਰ ਉਹ ਜਿਹੜਾ ਕਾਤਲ ਆ ਇੰਨੀ ਯਾਨੀ ਤੁਸੀਂ ਕਹਿ ਲਓ ਕਿ ਉਹਨੂੰ ਨਦਾਮਤ ਨਹੀਂ, ਸ਼ਰਮਿੰਦਗੀ ਨਹੀਂ ਹੈਗੀ, ਪੂਰਾ ਵੀ ਸ਼ਰਮ ਨਹੀਂ ਆਈ, ਹੱਸ ਕੇ ਗੱਲਾਂ ਕਰ ਰਿਹਾ, ਪੁਲਿਸ ਨੂੰ ਬਿਆਨ ਦੇ ਰਿਹਾ। ਉਹਦਾ ਬਿਆਨ ਜਿਹੜਾ ਮੈਂ ਆਖਰ ਤੇ ਤੁਹਾਨੂੰ ਸੁਣਾਵਾਂਗਾ, ਵੀਡੀਓ ਬਿਆਨ, ਉਹ ਜ਼ਰੂਰ ਤੁਸੀਂ ਸੁਣਨਾ ਕਿ ਉਹਦੇ ਚਿਹਰੇ ਤੇ ਪੂਰਾ ਵੀ ਨਦਾਮਤ ਨਹੀਂ ਹੈਗੀ। ਤੇ ਉਹਦੀ ਮੁਕੰਮਲ ਤਫਸੀਲਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਲਓ ਜੀ, ਜੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਅਪਲੋਡ ਹੋਵੇ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਇਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿ ਸਕਦੇ ਹੋ। ਇਹ ਵਾਕਿਆ ਇੰਡੀਆ ਦੇ ਸ਼ਹਿਰ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਸ਼ਹਿਰ ਆ ਖਰਾਜ ਨਗਰ, ਉੱਥੇ ਦਾ ਆ। ਉੱਥੇ ਇੱਕ ਮੁਸਲਿਮ ਫੈਮਿਲੀ ਹੁੰਦੀ ਆ ਤੇ ਦੋ ਮੀਆਂ ਬੀਵੀ ਹੁੰਦੇ ਨੇ। ਮੀਆਂ ਦਾ ਨਾਮ ਹੁੰਦਾ ਸਲੀਮ ਔਰ ਬੀਵੀ ਦਾ ਨਾਮ ਹੁੰਦਾ ਆਸਮਾ। ਇਹ 2022 ਦੇ ਵਿੱਚ ਇਹਨਾਂ ਦੀ ਸ਼ਾਦੀ ਹੁੰਦੀ ਆ ਤੇ ਇਹ ਇੱਕ ਉੱਥੇ ਫਲੈਟ ਕਿਰਾਏ ਤੇ ਲੈ ਕੇ ਰਹਿੰਦੇ ਨੇ। ਉਹ ਫਲੈਟ ਦੇ ਵਿੱਚ, ਉਸ ਬਿਲਡਿੰਗ ਦੇ ਵਿੱਚ ਕਾਫੀ ਘਰ ਬਣੇ ਹੁੰਦੇ ਨੇ। ਉਹ ਵੀ ਉੱਥੇ ਇੱਕ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ। ਉਹਨਾਂ ਦੀ ਹਾਲਤ ਵੀ ਬੜੀ ਖਰਾਬ ਹੁੰਦੀ, ਖਿਸਤਾ ਹਾਲਤ ਹੁੰਦੀ ਆ, ਸੀਮਟ ਝੜ ਰਿਹਾ ਹੁੰਦਾ। ਤੇ ਇਹ ਜਿਹੜਾ ਸਲੀਮ ਆ ਇਹ ਬਤੌਰ ਵੇਟਰ ਕਿਸੇ ਹੋਟਲ ਦੇ ਵਿੱਚ ਕੰਮ ਕਰਦਾ। ਰਾਤ ਨੂੰ ਡਿਊਟੀ ਤੇ ਜਾਂਦਾ ਸੀ, ਦਿਨ ਨੂੰ ਆ ਕੇ ਸਾਰਾ ਦਿਨ ਸੌਂਦਾ ਸੀ। ਉਸੇ ਫਲੈਟ ਦੇ ਵਿੱਚ ਇੱਕ ਨੌਜਵਾਨ ਉਬਾਸ਼ ਲੜਕਾ ਜਿਹੜਾ ਸਾਰਾ ਦਿਨ ਫਿਲਮਾਂ ਵੇਖਦਾ ਸੀ ਔਰ ਮੈਚ ਤੇ ਜੂਆ ਖੇਡਦਾ ਸੀ, ਪੈਸੇ ਲਾਂਦਾ ਸੀ ਤੇ ਫਿਰ ਉਹੀ ਇਹਦਾ ਜ਼ਰੀਏ ਆਮਦਨ ਹੁੰਦਾ ਸੀ। ਇਸ ਅਦਨਾਨ ਦੀ ਇੱਕ ਭੈਣ ਸੀ ਤੇ ਇੱਕ ਮਾਂ ਸੀ ਤੇ ਯਾਨੀ ਇੱਕ ਅਵਾਰਾ ਕਿਸਮ ਦਾ ਲੜਕਾ ਸੀ। ਇਹਦੀ ਨਜ਼ਰ ਇੱਕ ਦਿਨ ਆਸਮਾ ਤੇ ਪੈ ਜਾਂਦੀ ਆ ਤੇ ਜਿਸ ਵੇਲੇ ਆਸਮਾ ਨੂੰ ਵੇਖਦਾ ਉਹਨੂੰ ਬਹੁਤ ਸੋਹਣੀ ਲੱਗਦੀ ਆ। ਇਹ ਫਿਰ ਕੋਸ਼ਿਸ਼ ਕਰਦਾ ਆਸਮਾ ਦੇ ਨਾਲ ਰਾਬਤਾ ਕਰਨੇ ਦੀ। ਇੱਕ ਦਿਨ ਹੌਲੀ ਉਹਦੇ ਘਰ ਦੇ ਕੋਲ ਜਾਂਦਾ, ਜਾ ਕੇ ਉਹਦਾ ਦਰਵਾਜ਼ਾ ਖੜਕਾਉਂਦਾ ਕਿਸੇ ਚੀਜ਼ ਦੇ ਬਹਾਨੇ, ਜਾ ਕੇ ਕਹਿੰਦਾ ਕਿ ਮੈਨੂੰ ਫਲਾਂ ਚੀਜ਼ ਦੇ ਦਿਓ ਤੇ ਉਹ ਲੈ ਕੇ ਤੇ ਆ ਜਾਂਦਾ। ਹੌਲੀ ਇਸ ਤਰ੍ਹਾਂ ਉਹਦੇ ਨਾਲ ਰਾਬਤਾ ਕਰਨਾ ਸ਼ੁਰੂ ਕਰਦਾ। ਇੱਕ ਦਿਨ ਉਹ ਛੱਤ ਤੇ ਜਾਂਦੀ ਕੱਪੜੇ ਸੁਕਾਉਣ ਵਾਸਤੇ, ਉੱਥੇ ਤਾਰ ਦੇ ਉੱਤੇ ਪਾਉਣ ਵਾਸਤੇ, ਉਹਦੇ ਮਗਰ ਚੜ ਜਾਂਦਾ ਤੇ ਜਿਸ ਵੇਲੇ ਜਾਂਦਾ ਉੱਥੇ ਜਾ ਕੇ ਉਹਦੇ ਨਾਲ ਗੱਲਾਂ ਬਾਤਾਂ ਕਰਦਾ, ਪਿਆਰ ਮੁਹੱਬਤ ਦੀਆਂ ਹੌਲੀ ਜੀ ਇਹਨਾਂ ਦੇ ਰਾਬਤੇ ਸ਼ੁਰੂ ਹੋ ਜਾਂਦੇ ਨੇ। ਉਸ ਤੋਂ ਬਾਅਦ ਫਿਰ ਜਿਸ ਵੇਲੇ ਸਲੀਮ ਬਤੌਰ ਵੇਟਰ ਡਿਊਟੀ ਕਰਦਾ, ਉਹ ਜਾ ਕੇ ਹੋਟਲ ਦੇ ਵਿੱਚ ਰਾਤ ਦੀ ਡਿਊਟੀ ਕਰਕੇ ਆ ਕੇ ਤੇ ਸੁਬਹ ਆ ਕੇ ਸੌਂਦਾ ਸੀ ਤੇ ਆਪਣੀ ਨੀਂਦ ਪੂਰੀ ਕਰਦਾ ਸੀ, ਰੋਜ਼ੀ ਰੋਟੀ ਕਮਾਉਂਦਾ ਸੀ। ਤੇ ਇੱਕ ਵੇਟਰ ਦੀ ਕਿੰਨੀ ਕੁ ਤਨਖਾਹ ਹੋਏਗੀ ਤੁਹਾਨੂੰ ਪਤਾ ਹੀ ਆ। ਉਹ ਬੜੀ ਮੁਸ਼ਕਿਲ ਨਾਲ ਉਹਦੇ ਘਰ ਦਾ ਗੁਜ਼ਾਰਾ ਹੀ ਚੱਲਦਾ ਸੀ। ਇਹ ਜਿਸ ਵੇਲੇ ਸਲੀਮ ਰਾਤ ਨੂੰ ਵੇਟਰ ਦੀ ਡਿਊਟੀ ਕਰਨ ਚਲੇ ਜਾਂਦਾ ਸੀ ਤੇ ਆਸਮਾ ਤੇ ਅਦਨਾਨ ਫਿਰ ਦੋਨੋਂ ਇਸ ਕਮਰੇ ਦੇ ਵਿੱਚ ਇਕੱਠੇ ਹੋ ਜਾਂਦੇ ਸੀ। ਆਸਮਾ ਜਿਹੜੀ ਅਦਨਾਨ ਨੂੰ ਬੁਲਾ ਲੈਂਦੀ ਸੀ। ਇਹ ਦੋਨੋਂ ਫਿਰ ਉੱਥੇ ਮਿਲਦੇ ਰਹੇ। ਕਾਫੀ ਦੇਰ ਤੱਕ ਇਹ ਕੰਮ ਚੱਲਦਾ ਰਿਹਾ ਤੇ ਇੱਕ ਦਿਨ ਅਦਨਾਨ ਨੂੰ ਕਿਸੇ ਨੇ ਵੇਖ ਲਿਆ ਆਸਮਾਨ ਦੇ ਨਾਲ, ਯਾਨੀ ਉਹਦੇ ਘਰ ਦੇ ਵਿੱਚ ਵੜਦਿਆਂ ਹੋਇਆਂ, ਤੇ ਉਹਨੇ ਸਲੀਮ ਨੂੰ ਦੱਸਿਆ ਕਿ ਤੇਰੀ ਬੀਵੀ ਜਿਹੜੀ ਆ ਇਸ ਤਰ੍ਹਾਂ ਦੀ ਆ, ਜਦੋਂ ਤੂੰ ਡਿਊਟੀ ਤੇ ਚਲੇ ਜਾਣਾ ਅਦਨਾਨ ਨਾਮ ਦਾ ਇੱਕ ਲੜਕਾ ਜਿਹੜਾ ਇਸ ਮਹੱਲੇ ਦਾ ਆ, ਉਹ ਤੇਰੇ ਘਰ ਚਲੇ ਜਾਂਦਾ ਔਰ ਤੇਰੀ ਬੀਵੀ ਨਾਲ ਰਾਤ ਗੁਜ਼ਾਰਦਾ। ਹੁਣ ਜਿਹੜਾ ਸਲੀਮ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਕਿ ਅਗਰ ਇਹ ਗੱਲ ਮੈਂ ਆਸਮਾ ਦੇ ਨਾਲ ਕਰਾਂ ਤੇ ਮੇਰੀ ਪਿਆਰ ਮੁਹੱਬਤ ਦੀ ਸ਼ਾਦੀ, ਉਹ ਆਸਮਾ ਦੇ ਨਾਲ ਬੜਾ ਪਿਆਰ ਕਰਦਾ ਸੀ, ਉਹ ਨਹੀਂ ਸੀ ਚਾਹੁੰਦਾ ਕਿ ਸਾਡੇ ਦਰਮਿਆਨ ਤਲਾਕ ਹੋ ਜਾਏ। ਉਹਨੇ ਅਕਲਮੰਦੀ ਇਹ ਕੀਤੀ ਕਿ ਆਪਣਾ ਮਕਾਨ ਹੋਰ ਜਗ੍ਹਾ ਤੇ ਕਿਰਾਏ ਤੇ ਲੈ ਲਿਆ, ਉੱਥੇ ਸ਼ਿਫਟ ਹੋ ਗਿਆ। ਇਸ ਤਰ੍ਹਾਂ ਫਿਰ ਆਸਮਾ ਨੂੰ ਥੋੜਾ ਜਿਹਾ ਡਾਊਟ ਹੋਇਆ ਕਿ ਮੇਰੇ ਖਿਆਲ ਦੇ ਵਿੱਚ ਮੇਰੇ ਸ਼ੌਹਰ ਨੂੰ ਕੁਝ ਪਤਾ ਚੱਲ ਗਿਆ। ਉਹਨੇ ਅਦਨਾਨ ਨੂੰ ਕਿਹਾ ਕਿ ਹੁਣ ਤੂੰ ਇਸ ਤਰ੍ਹਾਂ ਕਰਕੇ ਫਲਾਂ ਜਗ੍ਹਾ ਤੇ ਕਬਰਸਤਾਨ ਆ ਜਿਹੜਾ, ਉੱਥੇ ਆਪਾਂ ਮਿਲਿਆ ਕਰਾਂਗੇ। ਇਹ ਦੋਨੋਂ ਫਿਰ, ਉਹ ਕਬਰਸਤਾਨ ਇੰਨਾ ਸੁੰਨਸਾਨ ਸੀ
ਤੇ ਉੱਥੇ ਕੋਈ ਇਸੇ ਦਾ ਜ਼ਿਆਦਾ ਆਉਣਾ ਜਾਣਾ ਨਹੀਂ ਸੀ ਹੈਗਾ। ਇਹ ਫਿਰ ਉਸ ਕਬਰਸਤਾਨ ਦੇ ਵਿੱਚ ਜਾ ਕੇ ਇੱਕ ਦੂਜੇ ਨੂੰ ਮਿਲਦੇ ਜੁਲਦੇ ਰਹਿੰਦੇ ਸੀ। ਤੇ ਫਿਰ ਇੱਕ ਦਿਨ ਐਸਾ ਹੋਇਆ ਕਿ ਇਹ ਅਦਨਾਨ ਜਿਹੜਾ ਉਸ ਲੜਕੀ ਦੇ ਹੱਥ ਦੇ ਵਿੱਚ ਮੋਬਾਈਲ ਵੇਖਦਾ, ਉਹ ਕਹਿੰਦਾ ਕਿ ਇਹਦਾ ਪਾਸਵਰਡ ਮੈਨੂੰ ਖੋਲ ਕੇ ਦੇ। ਤੇ ਉਹ ਜਿਹੜਾ ਪਾਸਵਰਡ ਆ ਉਹ ਨਹੀਂ ਸੀ ਚਾਹੁੰਦੀ ਕਿ ਮੈਂ ਖੋਲ ਕੇ ਦੇਵਾਂ, ਇਹ ਸਾਰੇ ਮੇਰੇ ਮੈਸੇਜ ਦੇਖੇ। ਉਹ ਕਹਿਣ ਲੱਗੀ ਕਿ ਇਹ ਮੇਰੇ ਪ੍ਰਾਈਵੇਟ ਇਹਦੇ ਵਿੱਚ ਤਸਵੀਰਾਂ ਨੇ, ਮੈਸੇਜ ਨੇ, ਮੈਂ ਨਹੀਂ ਖੋਲ ਕੇ ਦੇਵਾਂਗੀ। ਅਦਨਾਨ ਜਿਹੜਾ ਉਹ ਕਹਿੰਦਾ ਇਹਨੂੰ ਖੋਲ ਕੇ ਦੇ। ਉਹਨੇ ਕਿਹਾ ਕਿ ਮੇਰੇ ਕੋਲ ਚਾਕੂ ਆ, ਅਗਰ ਤੂੰ ਇਹ ਪਾਸਵਰਡ ਨਹੀਂ ਖੋਲ ਕੇ ਦੇਂਗੀ ਤੇ ਮੈਂ ਤੈਨੂੰ ਮਾਰ ਦਿਆਂਗਾ। ਅਦਨਾਨ ਨੇ ਉਹਨੂੰ ਡਰਾਇਆ ਧਮਕਾਇਆ ਤੇ ਫਿਰ ਉਹਨੇ ਪਾਸਵਰਡ ਜਿਹੜਾ ਖੋਲ ਦਿੱਤਾ। ਜਿਸ ਵੇਲੇ ਅਦਨਾਨ ਨੇ ਉਹ ਮੈਸੇਜ ਪੜ੍ਹੇ, ਉਹ ਬਹੁਤ ਗੰਦੇ ਮੈਸੇਜ ਸੀ ਜਿਹੜੇ 2 ਹੋਰ ਕਿਸੇ ਲੜਕਿਆਂ ਦੇ ਸੀ। ਤੇ ਅਦਨਾਨ ਨੇ ਫਿਰ ਉਹਨੂੰ ਜਿਹੜਾ ਨਾ ਤੇ ਮੌਕੇ ਤੇ ਉੱਥੇ ਉਹਨੂੰ ਗੁੱਸਾ ਚੜਿਆ, ਉਹਨੇ ਉਹਨੂੰ ਮਾਰ ਦਿੱਤਾ। ਸ਼ੁਰੂ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਉਹ ਲੜਕਾ ਜਿਹੜਾ ਫਾਤਿਹਾ ਪੜ੍ਹਨ ਆਇਆ ਸੀ ਆਪਣੀ ਵਾਲਦਾ ਦੀ ਕਬਰ ਦੇ ਉੱਤੇ, ਉਹਨੇ ਫਿਰ ਪੁਲਿਸ ਨੂੰ ਫੋਨ ਕੀਤਾ। ਪੁਲਿਸ ਆ ਗਈ, ਪੁਲਿਸ ਨੇ ਫਰਾਜ਼ਿਕ ਰਿਪੋਰਟ ਕਰਾਈ ਤੇ ਫਿਰ ਉਹ ਸਲੀਮ ਨੂੰ ਮੌਕੇ ਤੇ ਬੁਲਾ ਲਿਆ। ਸਲੀਮ ਨੂੰ ਪੁੱਛਿਆ ਕਿ ਤੁਹਾਡੀ ਕਿਸੇ ਨਾਲ ਕੋਈ ਦੁਸ਼ਮਣੀ ਹੋਵੇ ਜਾਂ ਕਿਸ ਤਰ੍ਹਾਂ ਕੋਈ। ਉਹਨੇ ਕਿਹਾ ਕਿ ਇੱਕ ਲੜਕਾ ਅਦਨਾਨ ਨਾਮੀ ਜਿਹੜਾ ਮੇਰੇ ਮਹੱਲੇ ਦਾ ਉਬਾਸ਼ ਕਿਸਮ ਦਾ, ਉਹਦੇ ਮੇਰੀ ਬੀਵੀ ਦੇ ਨਾਲ ਤਾਲੁਕਾ ਸੀ ਤੇ ਮੈਨੂੰ ਉਹਦੇ ਤੇ ਹੀ ਸ਼ੱਕ ਆ, ਉਹਨੇ ਮਾਰਿਆ। ਇਸ ਤਰ੍ਹਾਂ ਪੁਲਿਸ ਜਿਹੜੀ ਆ ਫਿਰ ਅਦਨਾਨ ਨੂੰ ਜਾ ਕੇ ਗ੍ਰਿਫਤਾਰ ਕਰ ਲੈਂਦੀ ਆ। ਤੇ ਜਿਸ ਵੇਲੇ ਗ੍ਰਿਫਤਾਰ ਕਰਦੀ ਕਿ ਫਿਰ ਉਹ ਅਦਨਾਨ ਕੋਲੋਂ ਸਵਾਲ ਜਵਾਬ ਕਰਦੀ ਆ, ਤੂੰ ਇਸ ਨੂੰ ਕਿਉਂ ਮਾਰਿਆ? ਉਹਨੇ ਫਿਰ ਦੱਸਿਆ ਕਿ ਮੈਂ ਇੱਕ ਮੋਬਾਈਲ ਸੀ ਜਿਹੜਾ ਇਹਨੂੰ ਲੈ ਕੇ ਦਿੱਤਾ ਤੇ ਉਹ ਮੈਂ ਆਪਣੇ ਗੱਪਸ਼ਪ ਲਾਉਣ ਵਾਸਤੇ ਇਹਨੂੰ ਲੈ ਕੇ ਦਿੱਤਾ ਸੀ ਕਿ ਜਦੋਂ ਤੇਰਾ ਸ਼ੌਹਰ ਘਰੋਂ ਚੱਲ ਜਾਂਦਾ ਤੂੰ ਫੋਨ ਤੇ ਮੇਰੇ ਨਾਲ ਗੱਪਸ਼ਪ ਲਾਇਆ ਕਰ ਔਰ ਫਿਰ ਮੈਨੂੰ ਟਾਈਮ ਦੇ ਦਿਆ ਕਰ, ਮੈਂ ਆ ਜਾਇਆ ਕਰਾਂਗਾ। ਲੇਕਿਨ ਜਦੋਂ ਵੀ ਮੈਂ ਫੋਨ ਕਰਦਾ ਸੀ ਇਹਦਾ ਫੋਨ ਬਿਜ਼ੀ ਜਾਂਦਾ ਸੀ। ਤੇ ਉਸ ਦਿਨ ਇਹ ਕਬਰਸਤਾਨ ਦੇ ਵਿੱਚ ਫੋਨ ਲੈ ਕੇ ਆਈ ਤੇ ਫਿਰ ਮੈਂ ਇਹਦੇ ਕੋਲੋਂ ਉਹ ਸਾਰੇ ਮੈਸੇਜ ਪੜ੍ਹੇ। ਉਹਦੇ ਵਿੱਚ 2 ਹੋਰ ਲੜਕਿਆਂ ਦੇ ਮੈਸੇਜ ਸੀ ਤੇ ਮੈਨੂੰ ਗੁੱਸਾ ਚੜਿਆ ਤੇ ਮੈਂ ਇਹਨੂੰ ਮਾਰ ਦਿੱਤਾ। ਤੇ ਉਹ ਵੀਡੀਓ ਬਿਆਨ ਵੇਖੋ ਜਿਹੜਾ ਮੈਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀ ਕਿ ਉਹ ਆਖਰ ਦੇ ਵਿੱਚ ਦਿਖਾਵਾਂਗਾ ਕਿ ਉਹ ਪੁਲਿਸ ਨੂੰ ਇਸ ਤਰ੍ਹਾਂ ਬਿਆਨ ਦਿੰਦਾ ਕਿ ਉਹਦੇ ਚਿਹਰੇ ਦੇ ਉੱਤੇ ਭੋਰਾ ਵੀ ਸ਼ਰਮਿੰਦਗੀ ਨਹੀਂ ਹੈਗੀ, ਨਦਾਮਤ ਨਹੀਂ ਹੈਗੀ। ਇੱਕ ਤਾਂ ਬੰਦਾ ਹੁੰਦਾ ਨਾ ਸ਼ਰਮਿੰਦਾ ਹੁੰਦਾ, ਉਹ ਹੱਸ ਕੇ ਫਿਲਮੀ ਡਾਇਲੌਗ ਦੀ ਤਰ੍ਹਾਂ ਗੱਲਾਂ ਕਰਦਾ, ਬਿਆਨ ਦਿੰਦਾ ਆ। ਤੇ ਆਓ ਉਹ ਮੈਂ ਤੁਹਾਨੂੰ ਵੀਡੀਓ ਵਿਖਾਣਾ, ਉਹ ਵੀਡੀਓ ਵੇਖੋ। बल्लू बल्लू हाँ क्यों हत्या की, क्या मामला था? क्यों हत्या करी? मोहब्बत में धोखा दे दिया अच्छा, और धोखे देने की सजा एक ही, सिर्फ मौत। बल्लू संजय दत्त फैन हूँ संजय दत्त का सर में। और क्या बिल्लू संडा कहाँ है इस वक्त? बिल्लू सांडा तो मर गया, हाँ, एनकाउंटर कर दिया उसका। तो मोहब्बत में धोखा दिया, तुमने मार दिया। और क्या, मोहब्बत में धोखा देवे या दोस्ती में धोखा देवे, मैं तो उसे भी मार दूंगा, दोस्त को भी मार दूंगा। ਇਹ ਬੰਦਾ ਇਸ ਤਰ੍ਹਾਂ ਗੱਲਾਂ ਕਰਦਾ ਕਿ ਜਿਵੇਂ ਇਹਦੀ ਬੀਵੀ ਹੁੰਦੀ ਆ। ਬਈ ਉਹ ਜਿਹੜੀ ਬੀਵੀ ਆ ਸਲੀਮ ਦੀ ਆ, ਤੂੰ ਇਹਦੇ ਨਾਲ ਗਲਤ ਤਾਲੁਕਾਤ ਬਣਾਏ ਨੇ, ਤੈਨੂੰ ਭੋਰਾ ਵੀ ਸ਼ਰਮਿੰਦਗੀ ਨਹੀਂ ਹੈਗੀ। ਤੇ ਫਿਰ ਉਸ ਲੜਕੀ ਦਾ ਵੀ ਉਹ ਬੁਰਾ ਹਾਲ ਹੋਇਆ ਜਿਹੜਾ ਹੋਣਾ ਚਾਹੀਦਾ ਸੀ, ਕਿਉਂਕਿ ਜਦੋਂ ਇੱਕ ਲੜਕੀ ਜਾਂ ਬੇਟੀ ਨਿਕਾਹ ਦੇ ਵਿੱਚ ਆ ਗਈ, ਉਹਨੂੰ ਚਾਹੀਦਾ ਆਪਣੀ ਵਫਾਦਾਰੀ ਆਪਣੇ ਸ਼ੌਹਰ ਦੇ ਨਾਲ ਨਿਭਾਵੇ। ਇਸ ਤਰ੍ਹਾਂ ਦੀ ਲੜਕੀ ਦਾ ਫਿਰ ਇਸੇ ਤਰ੍ਹਾਂ ਦਾ ਇਬਰਤਨਾਕ ਇੰਜਾਮ ਹੁੰਦਾ ਤੇ ਉਹਨੇ ਫਿਰ ਉਸ ਲੜਕੀ ਨੂੰ ਚਾਕੂਆਂ ਦੇ ਨਾਲ ਮਾਰ ਦਿੱਤਾ। ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ। ਅੱਲਾਹ ਤਾਲਾ ਸਭ ਤੇ ਰਹਿਮਤਾਂ ਫਰਮਾਏ। ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ 'ਚ ਰੱਖੇ। ਅਸਲਾਮੁ ਅਲੈਕੁਮ ਵ ਰਹਿਮਤੁல்லாਹਿ ਵ ਬਰਕਾਤੁਹੂ।